नेक्स्ट मीनिंग ऑफ सर्कुलर फ्लो ऑफ इनकम। मीनिंग की है सर्कुलर फ्लो ऑफ इनकम दा। कंज्यूमर्स गेट वेरियस गुड्स एंड सर्विसेज फ्रॉम इंडस्ट्री एंड पे दैम एज देयर इनकम। कंज्यूमर की करते हैं गुड्स ਤੇ ਸਰਵਿਸਿਜ਼ ਖਰੀਦਦੇ ਨੇ ਕਿੱਥੋਂ ਫਰੋਮ ਇੰਡਸਟਰੀ ਉਦਯੋਗਾਂ ਤੋਂ ਆਪਣੀਆਂ ਵਸਤੂਆਂ ਤੇ ਸੇਵਾਵਾਂ ਖਰੀਦਦੇ ਨੇ ਤੇ ਉਹਦੇ ਬਦਲੇ 'ਚ ਉਹਨਾਂ ਨੂੰ ਪੇ ਕਰ ਦਿੰਦੇ ਨੇ। ठीक है, इंडस्ट्रीज गेट द सर्विसेज ऑफ द पीपल एंड पे दैम एज देयर इनकम इन शेप ऑफ रेंट इंटरस्ट एंड वेजिज। अगों इंडस्ट्री की करती है जो उन्होंने कोल लैंड है जो उन्होंने रेंट ते ली हुई है, जो उन्होंने लेबर है जो काम करती है, जो उन्होंने मशीनरी वगैरह खरीदी है ਤੇ ਜਾਂ ਉਹਨਾਂ ਨੇ ਪ੍ਰੋਫਿਟ ਲੈਣਾ, ਉਹ ਸਾਰਿਆਂ ਦੇ ਵਿੱਚ ਜੋ ਇਹਨਾਂ ਨੂੰ ਇਨਕਮ ਹੁੰਦੀ ਹੈ ਗੁੱਡਸ ਨੂੰ ਸੇਲ ਕਰਨ ਤੋਂ ਬਾਅਦ ਉਹਨਾਂ ਨੂੰ ਕੀ ਕਰ ਲੈਂਦੀ ਹੈ, ਡਿਵਾਈਡ ਕਰ ਲੈਂਦੀ ਹੈ ਤੇ ਰੈਂਟ ਵੇਜਿਸ ਇੰਟਰਸਟ ਐਂਡ ਪ੍ਰੋਫਿਟ ਦੇ ਵਿੱਚ ਡਿਵੀਜ਼ਨ ਕਰ ਲੈਂਦੀ ਹੈ ਉਹਦੀ। ਦਿਸ ਪ੍ਰੋਡਿਊਸਰਸ ਟੂ ਕੰਜ਼ਿਊਮਰਸ ਐਂਡ ਫਰੋਮ ਕੰਜ਼ਿਊਮਰਸ ਟੂ ਪ੍ਰੋਡਿਊਸਰ ਗੋਜ਼ ਐਨ ਸਰਕੂਲਰੀ। ਇੱਥੇ ਇੱਕ ਸਰਕੂਲੇਸ਼ਨ ਹੋ ਗਿਆ ਨਾ, ਜੋ ਹਾਊਸ ਹੋਲਡ ਤੋਂ ਹੈ ਇਨਕਮ ਕਿਹਨੂੰ ਹੋਈ, ਪ੍ਰੋਡਿਊਸਰ ਨੂੰ। ਪ੍ਰੋਡਿਊਸਰ ਨੇ ਅੱਗੋਂ ਕੀ ਕਰਤੀ, ਜੋ ਉਹਨਾਂ ਦੇ ਅੱਗੇ ਵਰਕਰ ਸੀ ਉਹਨਾਂ ਨੂੰ ਇਨਕਮ ਡਿਵਾਈਡ ਕਰਤੀ। ਠੀਕ ਹੈ, ਤਾਂ ਇਨਕਮ ਦਾ ਫਲੋ ਹੋ ਗਿਆ ਕਿਤੋਂ ਹੋਇਆ, ਹਾਊਸ ਹੋਲਡ ਤੋਂ ਪ੍ਰੋਡਕਸ਼ਨ ਸੈਕਟਰ ਵੱਲ, ਪ੍ਰੋਡਕਸ਼ਨ ਨੇ ਅੱਗੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਡਿਵੀਜ਼ਨ ਕਰਤੀ। ਠੀਕ ਹੈ, ਇਟ ਇਜ਼ ਨੋਨ ਐਜ਼ ਸਰਕੂਲਰ ਫਲੋ ਆਫ ਇਨਕਮ। ਅੱਗੇ ਫਰਦਰ ਦੇਖੋ ਜੋ ਫੈਕਟਰ ਆਫ ਪ੍ਰੋਡਕਸ਼ਨ ਨੇ, ਲੈਂਡ ਲੇਬਰ ਕੈਪੀਟਲ ਔਰ ਐਂਟਰਪ੍ਰੇਨਿਓਰ ਨੇ, ਉਹਨਾਂ ਨੂੰ ਜੋ ਇਨਕਮ ਹੋਈ, ਲੇਬਰ ਨੂੰ ਜੋ ਇਨਕਮ ਹੋਈ, ਉਹਨੇ ਵੀ ਅੱਗੇ ਆਪਣੀ ਕੰਜ਼ੰਪਸ਼ਨ ਕਰਨੀ ਹੈ ਤਾਂ ਉਹ ਵੀ ਅੱਗੇ ਸਰਕੂਲੇਸ਼ਨ ਕਰੂਗਾ, ਆਪਣੀ ਇਨਕਮ ਨੂੰ ਖਰਚ ਕਰੂਗਾ, ਉਹਦੀ ਇਨਕਮ ਅੱਗੇ ਹੋਰ ਉਹਨਾਂ ਦੇ ਵਿੱਚ ਜਾਊਗੀ ਏਰੀਆਜ਼ ਦੇ ਵਿੱਚ। ਤੇ ਇਸ ਤਰੀਕੇ ਨਾਲ ਇਨਕਮ ਦਾ ਫਲੋ ਇੱਕ ਸੈਕਟਰ ਤੋਂ ਦੂਸਰੇ ਸੈਕਟਰ ਵੱਲ, ਦੂਸਰੇ ਤੋਂ ਤੀਸਰੇ ਸੈਕਟਰ ਵੱਲ ਇੱਦਾਂ ਹੁੰਦਾ ਜਾਂਦਾ। ਇੱਕ ਇਕੋਨਮੀ ਦੇ ਵਿੱਚ ਸੈਕਟਰਸ ਦੇ ਵਿੱਚ ਇਨਕਮ ਦਾ ਫਲੋ ਚੱਲਦਾ ਰਹਿੰਦਾ। ਡੈਟ ਇਜ਼ ਨੋਨ ਐਜ਼ ਸਰਕੂਲਰ ਫਲੋ ਆਫ ਇਨਕਮ। ਨੈਕਸਟ 3 ਫੇਸਿਸ ਆਫ ਸਰਕੂਲਰ ਫਲੋ। ਸਰਕੂਲਰ ਫਲੋ ਦੇ 3 ਫੇਸਿਸ ਨੇ। ਦੇਖੋ ਡਾਇਗਰਾਮ ਕਿਹੜੇ ਕਿਹੜੇ ਨੇ। ਫਸਟ ਫੇਸ ਹੈਗਾ ਪ੍ਰੋਡਕਸ਼ਨ ਦਾ। ਜੇ ਪ੍ਰੋਡਕਸ਼ਨ ਹੋਊਗੀ ਤਾਂ ਕੀ ਹੋਗੀ, ਡਿਸਟਰੀਬਿਊਸ਼ਨ ਹੋਗੀ। ਜੇ ਡਿਸਟਰੀਬਿਊਸ਼ਨ ਹੋਗੀ ਤਾਂ ਡਿਸਪੋਜੀਸ਼ਨ ਹੋਗੀ। ਠੀਕ ਹੈ, ਦੇਖੋ ਜੇ ਪ੍ਰੋਡਕਸ਼ਨ ਹੋਊਗੀ, ਅਸੀਂ ਪ੍ਰੋਡਕਸ਼ਨ ਕਰਾਂਗੇ ਤਾਂ ਸਾਨੂੰ ਡਿਸਟਰੀਬਿਊਸ਼ਨ ਕਰਨੀ ਪੈਣੀ ਹੈ। ਪ੍ਰੋਡਕਸ਼ਨ ਹੋਊਗੀ ਤਾਂ ਜੋ ਪ੍ਰੋਡਕਸ਼ਨ ਕਰਨ ਵਾਲੇ ਪਰਸਨਸ ਦੀ ਜੋ ਲੈਂਡ ਲੇਬਰ ਕੈਪੀਟਲ ਔਰ ਐਂਟਰਪ੍ਰੇਨਿਓਰ ਫੈਕਟਰ ਆਫ ਪ੍ਰੋਡਕਸ਼ਨ ਲਗਾਏ ਹੋਏ ਨੇ ਉਹਨਾਂ ਦੀ ਸਾਨੂੰ ਡਿਸਟਰੀਬਿਊਸ਼ਨ ਕਰਨੀ ਪੈਣੀ ਹੈ। ਕਿਹਦੇ ਵਿੱਚ, ਇਨਕਮ ਦੀ, ਰੈਂਟ ਵੇਜਿਸ ਇੰਟਰਸਟ ਐਂਡ ਪ੍ਰੋਫਿਟ ਦੇ ਰੂਪ ਵਿੱਚ। ਸੋ ਜਦੋਂ ਸਾਨੂੰ ਡਿਸਟਰੀਬਿਊਸ਼ਨ ਕਰਨੀ ਪੈਣੀ ਹੈ ਤਾਂ ਉਸ ਤੋਂ ਬਾਅਦ ਕੀ ਹੋਊਗਾ, ਜਦੋਂ ਉਹ ਡਿਸਟਰੀਬਿਊਸ਼ਨ ਕਰ ਦਾਂਗੇ ਤਾਂ ਉਹਨਾਂ ਨੂੰ ਲੇਬਰ ਨੂੰ ਇਨਕਮ ਹੋਊਗੀ, ਉਹ ਅੱਗੇ ਐਕਸਪੈਂਡੀਚਰ ਕਰਨਗੇ। ਤਾਂ ਡਿਸਪੋਜੀਸ਼ਨ ਮੀਨਸ ਕੀ ਹੈ, ਐਕਸਪੈਂਡੀਚਰ ਬਣਾਉਣੇ, ਐਕਸਪੈਂਡੀਚਰ ਕਰਨੇ। ਠੀਕ ਹੈ, ਦੇਖੋ ਸੇਮ ਪ੍ਰੋਡਕਸ਼ਨ ਫੇਜ਼ ਦੇ ਵਿੱਚ ਕੀ ਹੈ, ਇਟ ਡੀਲਸ ਵਿਦ ਦ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਬਾय ਦ ਪ੍ਰੋਡਿਊਸਰ ਸੈਕਟਰ। ਠੀਕ ਹੈ, ਇਹ ਕਿਹਦੇ ਨਾਲ ਡੀਲ ਕਰਦਾ, ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼। ਡਿਸਟਰੀਬਿਊਸ਼ਨ ਫੇਜ਼ ਕੀ ਹੈ, ਇਟ ਮੀਨਸ ਦ ਫਲੋ ਆਫ ਦ ਇਨਕਮ ਇਨ ਦ ਫਾਰਮ ਆਫ ਰੈਂਟ ਇੰਟਰਸਟ ਪ੍ਰੋਫਿਟ ਐਂਡ ਵੇਜਿਸ ਪੇਡ ਬਾय ਦ ਪ੍ਰੋਡਿਊਸਰ ਸੈਕਟਰ ਟੂ ਦ ਹਾਊਸ ਹੋਲਡ ਸੈਕਟਰ। ਇਹ ਮਨੀ ਫਲੋ ਹੈ ਕਿਉਂਕਿ ਇਹ 'ਚ ਸਾਰੀ ਗੱਲ ਪੈਸੇ ਦੀ ਕੀਤੀ ਗਈ ਹੈ, ਹੋਰ ਕੋਈ ਗੱਲ ਨਹੀਂ ਕੀਤੀ ਗਈ। Next, disposition phase. Disposition means expenditure made. This phase deals with the expenditure on the purchase of goods and services by the households and other sectors. This is also a money flow from other sectors to the producer sector. Okay. Next, types of circular flow. Types of circular flow ਕਿਹੜੀ types ਨੇ? ਦੇਖੋ ਇੱਕ ਹੁੰਦਾ real flow, ਇੱਕ ਹੁੰਦਾ money flow. ਰੀਅਲ ਫਲੋ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਇਹਦੇ ਵਿੱਚ ਮਨੀ ਦੀ ਗੱਲ ਨਹੀਂ ਕਰਦੇ, ਓਨਲੀ ਗੁੱਡਸ ਐਂਡ ਸਰਵਿਸਿਜ਼ ਦੀ ਗੱਲ ਕੀਤੀ ਜਾਂਦੀ ਹੈ, ਇਹਦੇ ਵਿੱਚ ਅਸੀਂ ਮਨੀ ਦੀ ਗੱਲ ਨਹੀਂ ਕਰਦੇ। ਠੀਕ ਹੈ, ਦੇਖੋ ਜਿੱਦਾਂ ਰੀਅਲ ਫਲੋ ਆ, flow of factor services from household sector to the firms and flow of goods and services from the firms to household sector is known as real flow. ਇਹਦੇ ਵਿੱਚ ਕੀ ਆ, ਓਨਲੀ ਗੁੱਡਸ ਐਂਡ ਸਰਵਿਸਿਜ਼ ਦੀ ਹੀ ਗੱਲ ਕੀਤੀ ਜਾਂਦੀ ਆ। ਠੀਕ ਹੈ, ਸਰਵਿਸਿਜ਼ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਸਰਾ ਕਿਹਦੀ ਕੀਤੀ ਜਾਂਦੀ ਹੈ, ਗੁੱਡਸ ਦੀ। ਗੁੱਡਸ ਐਂਡ ਸਰਵਿਸਿਜ਼ ਦੀ ਹੀ ਗੱਲ ਕੀਤੀ ਜਾਂਦੀ ਹੈ। ਇਹ 'ਚ ਮਨੀ ਦਾ ਕੋਈ ਰੋਲ ਨਹੀਂ ਹੋਊਗਾ, ਮਨੀ ਨੂੰ ਅਸੀਂ ਬਿਲਕੁਲ ਵੀ ਇਨਕਲੂਡ ਨਹੀਂ ਕਰਨਾ, ਜਸਟ ਕੀ ਲੈਣਾ, ਗੁੱਡਸ ਐਂਡ ਸਰਵਿਸਿਜ਼। ਦੇਖੋ ਇਹਦੇ ਵਿੱਚ 2 ਸੈਕਟਰ ਲੈ ਲਿਓ ਡਾਇਗਰਾਮ ਦੇ ਵਿੱਚ। ਰੀਅਲ ਫਲੋ ਦੇ ਵਿੱਚ ਜਦੋਂ ਰੀਅਲ ਫਲੋ ਦੱਸਣਾ ਤਾਂ ਕੀ ਹੈ, ਇੱਕ ਸਾਈਡ ਹਾਊਸ ਹੋਲਡ ਸੈਕਟਰ ਤੇ ਦੂਸਰੀ ਸਾਈਡ ਪ੍ਰੋਡਿਊਸਰ ਸੈਕਟਰ, ਉਤਪਾਦਕ ਖੇਤਰ ਤੇ ਪਰਿਵਾਰਿਕ ਖੇਤਰ।
ਪਰਿਵਾਰਿਕ ਖੇਤਰ ਨੂੰ ਵਸਤੂਆਂ ਤੇ ਸੇਵਾਵਾਂ ਦੀ ਲੋੜ ਆ ਤੇ ਪ੍ਰੋਡਿਊਸਰ ਨੇ ਵਸਤੂਆਂ ਤੇ ਸੇਵਾਵਾਂ ਨੂੰ ਪ੍ਰੋਡਿਊਸ ਕਰਨਾ। ਤਾਂ ਇਹ ਕੀ ਕਰੂਗਾ, ਪ੍ਰੋਡਿਊਸਰ ਸੈਕਟਰ ਆਪਣੀਆਂ ਫੈਕਟਰ ਸਰਵਿਸਿਜ਼ ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕਰੂਗਾ। ਫੈਕਟਰ ਆਫ ਪ੍ਰੋਡਕਸ਼ਨ ਕਿਹੜੇ ਕਿਹੜੇ ਨੇ? ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਉਹ ਕਿੱਥੋਂ ਜਾਣਗੇ? ਹਾਊਸ ਹੋਲਡ ਸੈਕਟਰ ਦੇ ਵਿੱਚੋਂ। ਹਾਊਸ ਹੋਲਡ ਸੈਕਟਰ ਦੇ ਵਿੱਚੋਂ ਹੀ ਕੋਈ ਪਰਸਨ ਇੱਦਾਂ ਦਾ ਹੋਊਗਾ ਜਿਹੜਾ ਕਿ ਆਪਣੀ ਲੈਂਡ ਦਊਗਾ। ਦੂਸਰਾ ਉਹਨਾਂ ਦੇ ਵਿੱਚੋਂ ਹੀ ਕੋਈ ਹੋਊਗਾ ਜਿਹੜਾ ਕਿ ਓਨਰ ਹੋਊਗਾ, ਠੀਕ ਹੈ। ਉਹਦੇ ਵਿੱਚੋਂ ਹੀ ਹਾਊਸ ਹੋਲਡ ਸੈਕਟਰ ਦੇ ਵਿੱਚੋਂ ਪਰਿਵਾਰਿਕ ਖੇਤਰਾਂ ਦੇ ਵਿੱਚੋਂ ਹੀ ਉਹਦੇ 'ਚ ਕੰਮ ਕਰਨ ਲਈ ਜਾਣਗੇ, ਠੀਕ ਹੈ। ਅਤੇ ਕੈਪੀਟਲ ਵੀ ਹੈ ਜਿਹੜੀ, ਉਹ ਜਿਹੜਾ ਓਨਰ ਹੈ ਉਹ ਵੀ ਹਾਊਸ ਹੋਲਡ ਖੇਤਰ 'ਚੋਂ ਹੀ ਗਿਆ ਅਤੇ ਉਹਨੇ ਅੱਗੇ ਆਪਣੀ ਕੈਪੀਟਲ ਬਾਈ ਕਰਨੀ ਹੈ ਅਤੇ ਲਗਾਉਣੀ ਹੈ, ਠੀਕ ਹੈ। ਅਤੇ ਇਸ ਤਰੀਕੇ ਨਾਲ ਹਾਊਸ ਹੋਲਡ ਸੈਕਟਰ ਨੇ ਪ੍ਰੋਡਿਊਸਰ ਸੈਕਟਰ ਨੂੰ ਕੀ ਦਿੱਤਾ? ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਮੀਨਸ ਫੈਕਟਰ ਆਫ ਪ੍ਰੋਡਕਸ਼ਨ ਦਿੱਤੇ। ਕੀ ਦਿੱਤੇ? ਫੈਕਟਰ ਆਫ ਪ੍ਰੋਡਕਸ਼ਨ। ਹਾਊਸ ਹੋਲਡ ਸੈਕਟਰ ਨੇ ਪ੍ਰੋਡਿਊਸਰ ਸੈਕਟਰ ਨੂੰ ਫੈਕਟਰ ਆਫ ਪ੍ਰੋਡਕਸ਼ਨ ਦਿੱਤੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਦਿੱਤੇ। ਤੇ ਅੱਗਿਓਂ ਪ੍ਰੋਡਿਊਸਰ ਸੈਕਟਰ ਨੇ ਇਹਨਾਂ ਸਾਰਿਆਂ ਨੂੰ ਯੂਜ਼ ਕਰਕੇ ਫੈਕਟਰ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਕੇ ਵਿਦ ਰॉ ਮਟੀਰੀਅਲ ਗੁੱਡਸ ਐਂਡ ਸਰਵਿਸਿਜ਼ ਪ੍ਰੋਵਾਈਡ ਕੀਤੀਆਂ, ਜਿਹੜੀਆਂ ਕਿ ਪ੍ਰੋਡਿਊਸਰ ਸੈਕਟਰ ਨੇ ਕਿਹਨੂੰ ਦਿੱਤੀਆਂ? ਹਾਊਸ ਹੋਲਡ ਸੈਕਟਰ ਨੂੰ। ਸੋ ਇਹਦੇ ਵਿੱਚ ਆਪਾਂ ਮਨੀ ਦੀ ਗੱਲ ਨਹੀਂ ਕੀਤੀ, ਜਸਟ ਕਿਹਦੀ ਕੀਤੀ ਹੈ? ਗੁੱਡਸ ਐਂਡ ਸਰਵਿਸਿਜ਼ ਦੀ। ਓਕੇ, ਨੈਕਸਟ ਮਨੀ ਫਲੋ ਔਰ ਮੋਨੇਟਰੀ ਫਲੋ। ਮਨੀ ਫਲੋ ਨੂੰ ਮੋਨੇਟਰੀ ਫਲੋ ਦੇ ਨਾਮ ਵੀ ਜਾਣਿਆ ਜਾਂਦਾ। ਦੇਖੋ ਮੋਨੇਟਰੀ ਫਲੋ ਦੇ ਵਿੱਚ ਅਸੀਂ ਮਨੀ ਦੀ ਗੱਲ ਕਰਾਂਗੇ, ਠੀਕ ਹੈ। ਮਨੀ ਦੀ ਗੱਲ ਕਰਨੀ ਹੈ ਤਾਂ ਇਹਦੇ ਲਈ ਦੇਖੋ ਇਹਦੇ ਵਿੱਚ ਵੀ ਸੇਮ ਡਾਇਗਰਾਮ, ਹਾਊਸ ਹੋਲਡ ਸੈਕਟਰ ਇੱਕ ਸਾਈਡ, ਇੱਧਰ ਪ੍ਰੋਡਿਊਸਰ ਸੈਕਟਰ। ਮਨੀ ਫਲੋ ਦੇਖੋ, ਜਦੋਂ ਹਾਊਸ ਹੋਲਡ ਸੈਕਟਰ ਨੇ ਇਹਨੂੰ ਪ੍ਰੋਡਿਊਸਰ ਸੈਕਟਰ ਨੂੰ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਦਿੱਤੇ ਸੀ ਫੈਕਟਰ ਆਫ ਪ੍ਰੋਡਕਸ਼ਨ, ਤਾਂ ਉਹਦੇ ਬਦਲੇ ਪ੍ਰੋਡਿਊਸਰ ਸੈਕਟਰ ਨੇ ਉਹਨੂੰ ਕੀ ਦਿੱਤਾ? ਲੈਂਡ ਨੂੰ ਰੈਂਟ ਦਿੱਤੀ, ਲੇਬਰ ਨੂੰ ਵੇਜਿਸ, ਕੈਪੀਟਲ ਨੂੰ ਇੰਟਰਸਟ ਐਂਡ ਜੋ ਬਾਕੀ ਬਚਿਆ ਉਹਦਾ ਪ੍ਰੋਫਿਟ ਹੋ ਗਿਆ ਐਂਟਰਪ੍ਰੇਨਿਓਰ ਦਾ। ਸੋ ਹਾਊਸ ਹੋਲਡ ਸੈਕਟਰ ਨੇ ਪ੍ਰੋਡਿਊਸਰ ਸੈਕਟਰ ਤੋਂ ਗੁੱਡਸ ਐਂਡ ਪ੍ਰੋਡਿਊਸਰ ਸੈਕਟਰ ਨੇ ਇਹਨੂੰ ਗੁੱਡਸ ਐਂਡ ਸਰਵਿਸਿਜ਼ ਦਿੱਤੀਆਂ ਸੀ। ਇਹਨੇ ਉਹਦੇ ਤੇ ਕੀ ਕੀਤਾ? ਕੰਜ਼ੰਪਸ਼ਨ ਐਕਸਪੈਂਡੀਚਰ ਮੀਨਸ ਖਰਚ ਕੀਤਾ। ਹਾਊਸ ਹੋਲਡ ਸੈਕਟਰ ਨੇ ਪ੍ਰੋਡਿਊਸਰ ਸੈਕਟਰ ਤੋਂ ਗੁੱਡਸ ਐਂਡ ਸਰਵਿਸਿਜ਼ ਬਾਈ ਕੀਤੀਆਂ, ਪਰਚੇਜ਼ ਕੀਤੀਆਂ। ਸੋ ਇਹ ਹੋ ਗਿਆ ਕੰਜ਼ੰਪਸ਼ਨ ਐਕਸਪੈਂਡੀਚਰ, ਉਪਭੋਗਤਾ ਵੱਲੋਂ ਖਰਚ ਕੀਤਾ ਗਿਆ ਕਿਹਦੇ ਤੇ? ਵਸਤੂਆਂ ਤੇ ਸੇਵਾਵਾਂ ਨੂੰ ਖਰੀਦਣ ਤੇ, ਠੀਕ ਹੈ। ਸੋ ਇਹਦੇ ਵਿੱਚ ਮਨੀ ਦੀ ਗੱਲ ਕੀਤੀ ਗਈ ਹੈ, ਇਹ 'ਚ ਹੋਰ ਕੋਈ ਗੱਲ ਨਹੀਂ ਕੀਤੀ ਗਈ। ਇਹਨੇ ਪ੍ਰੋਡਿਊਸਰ ਸੈਕਟਰ ਨੇ ਫੈਕਟਰ ਪ੍ਰੋਡਕਸ਼ਨ ਨੂੰ ਕੀ ਕੀਤਾ? ਰੈਂਟ, ਵੇਜਿਸ, ਇੰਟਰਸਟ ਐਂਡ ਪ੍ਰੋਫਿਟ। ਹਾਊਸ ਹੋਲਡ ਸੈਕਟਰ ਨੇ ਇਹਨੂੰ ਕੀ ਦਿੱਤਾ? ਗੁੱਡਸ ਐਂਡ ਸਰਵਿਸਿਜ਼ ਦੇ ਬਦਲੇ ਕੰਜ਼ੰਪਸ਼ਨ ਐਕਸਪੈਂਡੀਚਰ, ਠੀਕ ਹੈ। ਰੀਅਲ ਫਲੋ ਦੇ ਵਿੱਚ ਕੀ ਸੀਗਾ? ਗੁੱਡਸ ਐਂਡ ਸਰਵਿਸਿਜ਼ ਦੀ ਗੱਲ ਕੀਤੀ ਗਈ ਸੀ, ਇਹਦੇ ਵਿੱਚ ਮਨੀ ਦੀ ਗੱਲ ਕੀਤੀ ਗਈ। ਗੁੱਡ ਮਾਰਨਿੰਗ ਸਟੂਡੈਂਟਸ, ਟੂਡੇ ਵੀ ਡੂ ਸੈਕੰਡ ਚੈਪਟਰ ਸਰਕੂਲਰ ਫਲੋ ਆਫ ਇਨਕਮ, ਆਮਦਨ ਦਾ ਚੱਕਰੀ ਪ੍ਰਵਾਹ। First introduction. As we have discussed in previous chapter, the macroeconomics is a study of overall functioning of an economy। ਕਿ ਜਿਹੜੀ ਮੈਕਰੋ ਇਕਨੋਮਿਕਸ ਹੈ ਉਹਦੇ ਵਿੱਚ ਹੋਲ ਇਕੋਨਮੀ ਦੀ ਫੰਕਸ਼ਨਿੰਗ ਨੂੰ ਲਿਆ ਜਾਂਦਾ ਹੈ। ਸਾਰੀ ਇਕੋਨਮੀ ਦੇ ਵਿੱਚ ਜੋ ਪ੍ਰੋਬਲਮਸ ਜਾਂ ਜੋ ਵੀ ਕੰਮ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਮੈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕੀਤਾ ਜਾਂਦਾ ਹੈ। ਤਾਂ ਇਸ ਕਰਕੇ ਸਾਨੂੰ ਇਹਦੇ ਬਾਰੇ ਜਦੋਂ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਸਾਰੇ ਫੰਕਸ਼ਨਸ ਦੀ ਸਟੱਡੀ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਸਟਰਕਚਰ ਆਫ ਦਾ ਇਕੋਨਮੀ ਪਤਾ ਹੋਣਾ ਚਾਹੀਦਾ, ਸਾਨੂੰ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਹੜਾ ਸਟਰਕਚਰ ਆਫ ਇਕੋਨਮੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਡਿਫਰੈਂਟ ਸੈਕਟਰਸ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ, ਅਤੇ ਇਹਨਾਂ ਸੈਕਟਰਸ ਦੇ ਵਿੱਚ ਇਨਕਮ ਦਾ ਫਲੋ ਕਿੱਦਾਂ ਹੁੰਦਾ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ, ਠੀਕ ਹੈ। ਸੋ ਫਸਟ ਵੀ ਡੂ ਡਿਫਰੈਂਟ ਸੈਕਟਰਸ ਆਫ ਐਨ ਇਕੋਨਮੀ, ਠੀਕ ਹੈ। ਡਿਫਰੈਂਟ ਸੈਕਟਰਸ ਕਿਹੜੇ ਕਿਹੜੇ? ਫਸਟ ਸੈਕਟਰ ਹੈਗਾ ਪ੍ਰੋਡਿਊਸਰ ਸੈਕਟਰ, ਸੈਕਿੰਡ household sector, third government sector, fourth rest of the world, and fifth capital or financial sector। first producer sector, producer sector ਕਿਹੜਾ ਹੁੰਦਾ ਹੈ? ਜਿਹੜਾ ਉਤਪਾਦਨ ਦਾ ਕੰਮ ਕਰਦਾ ਹੈ, ਠੀਕ ਹੈ। ਇਹਦੇ ਵਿੱਚ ਫਰਮਸ ਆ ਜਾਂਦੀਆਂ ਨੇ, ਇੰਡਸਟਰੀਜ਼ ਆ ਜਾਂਦੀਆਂ ਨੇ, ਜਿਹੜੀਆਂ ਕਿ ਇੰਡਸਟਰੀਜ਼ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਨੂੰ ਯੂਜ਼ ਕਰਕੇ ਪ੍ਰੋਡਕਸ਼ਨ ਕਰਦੀਆਂ ਨੇ ਅਤੇ ਪ੍ਰੋਡਕਸ਼ਨ ਦੀ ਸੇਲ ਕਰਦੀਆਂ ਨੇ। ਸੈਕਿੰਡ ਹਾਊਸ ਹੋਲਡ ਸੈਕਟਰ, ਹਾਊਸ ਹੋਲਡ ਸੈਕਟਰ ਉਹ ਹੈ ਜਿੱਦਾਂ ਕਿ ਆਪਾਂ ਆ ਜਾਂਦੇ ਹਾਂ ਪਰਿਵਾਰਿਕ ਖੇਤਰ, ਜਿਹਦੇ 'ਚ ਸਾਰੇ ਪਰਿਵਾਰ ਆ ਜਾਂਦੇ ਨੇ, ਫੈਮਲੀਜ਼ ਆ ਜਾਂਦੀਆਂ ਨੇ, ਜਿਹੜੀਆਂ ਕਿ ਕੰਜ਼ੰਪਸ਼ਨ ਦਾ ਕੰਮ ਕਰਦੀਆਂ ਨੇ। ਕਿਹਨਾਂ ਦੀ ਕੰਜ਼ੰਪਸ਼ਨ ਦਾ? ਗੁੱਡਸ ਐਂਡ ਸਰਵਿਸਿਜ਼ ਦੀ ਕੰਜ਼ੰਪਸ਼ਨ ਦਾ, ਠੀਕ ਹੈ। ਬਟ ਇਸੇ ਤਰੀਕੇ ਨਾਲ ਜੋ ਲੇਬਰ ਹੈ ਉਹ ਵੀ ਇੱਕ ਤਰ੍ਹਾਂ ਨਾਲ ਹਾਊਸ ਹੋਲਡ ਸੈਕਟਰ 'ਚੋਂ ਹੀ ਨੇ, ਲੇਬਰ ਜੋ ਜਾਂਦੀ ਹੈ ਪ੍ਰੋਡਕਸ਼ਨ ਦੇ ਲਈ, ਠੀਕ ਹੈ। ਤਾਂ ਉਹ ਵੀ ਇਸ ਹਾਊਸ ਹੋਲਡ ਸੈਕਟਰ ਦੇ ਵਿੱਚ ਹੀ ਆ ਜਾਂਦੀ ਹੈ। ਥਰਡ ਹੈਗਾ ਗਵਰਨਮੈਂਟ ਸੈਕਟਰ, ਗਵਰਨਮੈਂਟ ਸੈਕਟਰ ਸਰਕਾਰ, ਸਰਕਾਰ ਦਾ ਵੀ ਇੱਕ ਦੇਸ਼ ਦੇ ਆਮਦਨ ਦੇ ਚੱਕਰੀ ਪ੍ਰਵਾਹ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। ਰੈਸਟ ਆਫ ਦਾ ਵਰਲਡ ਆ ਜਾਂਦਾ ਹੈ ਕਿ ਸਾਡੇ ਦੂਜੇ ਦੇਸ਼ਾਂ ਦੇ ਨਾਲ ਕੀ ਸੰਬੰਧ ਨੇ, ਠੀਕ ਹੈ। ਨੈਕਸਟ ਹੈਗਾ ਫਾਈਨੈਂਸ਼ੀਅਲ ਸੈਕਟਰ, ਫਾਈਨੈਂਸ਼ੀਅਲ ਸੈਕਟਰ ਕੀ ਹੈ?
ਜਿਹਦੇ ਵਿੱਚ ਉਧਾਰ ਦੇਣ ਜਾਂ ਉਧਾਰ ਲੈਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਜਿਹਦੇ 'ਚ ਸੇਵਿੰਗ ਅਤੇ ਇਨਵੈਸਟਮੈਂਟ ਕੀਤੀ ਜਾਂਦੀ ਹੈ। ਜਿੰਨੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਜਿਹੜੇ ਕਿ ਜਿੱਦਾਂ ਬੈਂਕ ਆ ਜਾਂਦੇ ਨੇ, ਇਹਦੇ ਵਿੱਚ ਬੈਂਕ ਇੰਸ਼ੋਰੈਂਸ ਕੰਪਨੀਜ਼ ਆ ਜਾਂਦੀਆਂ ਨੇ, ਜਿਹੜਾ ਕਿ ਇਹਨਾਂ ਦੀ ਸੇਵਿੰਗ ਜਾਂ ਇੰਸ਼ੋਰੈਂਸ ਕਰਵਾਉਣ ਦਾ ਕੰਮ ਕਰਦੇ, ਇਨਵੈਸਟਮੈਂਟ ਦਾ ਕੰਮ ਕਰਦੇ, ਬੋਰੋਇੰਗ ਦਾ ਕੰਮ ਕਰਦੀਆਂ ਨੇ। ਇਹ ਸਾਰੀਆਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਇਨਕਲੂਡ ਹੁੰਦੀਆਂ ਨੇ। ਓਕੇ, ਕਿਹੜੇ ਕਿਹੜੇ ਸੈਕਟਰ ਨੇ? ਪ੍ਰੋਡਿਊਸਰ ਸੈਕਟਰ, ਹਾਊਸਹੋਲਡ ਸੈਕਟਰ, ਗਵਰਨਮੈਂਟ ਸੈਕਟਰ, ਰੈਸਟ ਆਫ ਦਾ ਵਰਲਡ ਸੈਕਟਰ ਐਂਡ ਫਾਈਨੈਂਸ਼ੀਅਲ ਸੈਕਟਰ। ਪ੍ਰੋਡਿਊਸਰ ਸੈਕਟਰ ਪ੍ਰੋਡਕਸ਼ਨ ਦਾ ਕੰਮ ਕਰਦਾ ਹੈ। ਹਾਊਸਹੋਲਡ ਸੈਕਟਰ ਕੰਜ਼ੰਪਸ਼ਨ ਵਗੈਰਾ, ਗੁੱਡਸ ਨੂੰ ਕੰਜ਼ਿਊਮ ਕਰਨ ਦਾ ਕੰਮ। ਗਵਰਨਮੈਂਟ ਸੈਕਟਰ ਕੀ ਕਰਦਾ ਹੈ ਕਿ ਅਸੀਂ ਕਿੰਨੀਆਂ ਸਬਸਿਡੀਜ਼ ਪ੍ਰੋਵਾਈਡ ਕਰਨੀਆਂ ਨੇ, ਕਿੱਥੇ ਕਿੱਥੇ ਐਕਸਪੈਂਡੀਚਰ ਕਰਨੇ ਆ, ਸਾਡੀ ਕਿੱਥੋਂ ਕਿੱਥੋਂ ਇਨਕਮ ਹੋਣੀ ਚਾਹੀਦੀ ਹੈ, ਟੈਕਸ ਕਿੰਨੇ ਲਗਾਉਣੇ ਨੇ, ਕਿਹੜੀ ਕਿਹੜੀ ਚੀਜ਼ 'ਤੇ ਟੈਕਸ ਲਗਾਉਣਾ, ਕਿੱਥੇ ਕੀ ਪੇ ਕਰਨਾ ਪੈਣਾ, ਕਿੰਨਾ ਖਰਚ ਕਰਨਾ ਪੈਣਾ, ਰੋਡਸ ਵਗੈਰਾ 'ਤੇ, ਡੈਮ ਵਗੈਰਾ 'ਤੇ, ਐਜੂਕੇਸ਼ਨ 'ਤੇ, ਹੈਲਥ 'ਤੇ, ਇੱਦਾਂ ਦਾ ਇਹ ਸਾਰਾ ਗਵਰਨਮੈਂਟ ਸੈਕਟਰ ਦੇਖਦਾ ਹੈ। ਠੀਕ ਹੈ, ਨੈਕਸਟ ਹੈਗਾ ਰੈਸਟ ਆਫ ਦਾ ਵਰਲਡ। ਇਹਦੇ ਵਿੱਚ ਸਾਰੀਆਂ ਅਦਰ ਕੰਟਰੀਜ਼ ਆ ਜਾਂਦੀਆਂ ਨੇ। ਠੀਕ ਹੈ, ਸਾਡਾ ਉਹਨਾਂ ਦੇ ਨਾਲ ਕੀ ਲੈਣ ਦੇਣ ਹੋਊਗਾ, ਕੀ ਨਹੀਂ ਹੋਊਗਾ, ਕਿਹੜੀਆਂ ਗੁੱਡਸ ਕਿਹੜੇ ਕੰਟਰੀਜ਼ ਨਾਲ ਅਸੀਂ ਇੰਪੋਰਟ ਕਰਨਾ ਹੈ, ਕਿਹੜੀਆਂ ਤੋਂ ਐਕਸਪੋਰਟ ਕਰਨਾ ਹੈ, ਸਾਰੀਆਂ ਚੀਜ਼ਾਂ ਰੈਸਟ ਆਫ ਦਾ ਵਰਲਡ ਸੈਕਟਰ ਦੇ ਵਿੱਚ ਇਨਕਲੂਡ ਹੁੰਦੀਆਂ ਨੇ। ਨੈਕਸਟ ਫਾਈਨੈਂਸ਼ੀਅਲ ਸੈਕਟਰ, ਬੈਂਕਿੰਗ ਸਿਸਟਮ ਆ ਜਾਂਦਾ ਇਹਦੇ ਵਿੱਚ। ਠੀਕ ਹੈ,